Hello and welcome to the Moon Stars channel. Please click on subscribe button to subscribe our channel and click on bell icon for more updates about our channel. ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ ਦੋਸਤੋ। ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਚੱਲੇ ਹਾਂ ਜਹਾਜ਼ ਹਵੇਲੀ ਦੀਵਾਨ ਟੋਡਰਮਲ ਜੀ ਦੀ। ਤੇ ਨਾਲੇ ਅਸੀਂ ਤੁਹਾਨੂੰ ਉੱਥੇ ਦੀ ਪੂਰੀ ਜਿਹੜੀ ਹੈਗੀ ਆ ਹਵੇਲੀ ਦਿਖਾਵਾਂਗੇ ਤੇ ਨਾਲੇ ਤੁਹਾਨੂੰ ਉੱਥੋਂ ਦੇ ਜਿਹੜਾ ਇਤਿਹਾਸ ਹੈ ਉਸ ਬਾਰੇ ਜਾਣੂ ਕਰਵਾਵਾਂਗੇ। ਤੇ ਆਓ ਚੱਲਦੇ ਹਾਂ ਦੀਵਾਨ ਟੋਡਰਮਲ ਜੀ ਦੀ ਜਹਾਜ਼ ਹਵੇਲੀ ਵੱਲ। ਇਹ ਸਥਾਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਤਕਰੀਬਨ 1.5 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਹੁਣ ਆਪਾਂ ਪਹੁੰਚ ਗਏ ਹਾਂ ਜਹਾਜ਼ ਹਵੇਲੀ ਤੇ ਤੁਸੀਂ ਸਾਹਮਣੇ ਦੇਖ ਰਹੇ ਹੋ ਜਹਾਜ਼ ਹਵੇਲੀ ਦਾ ਦ੍ਰਿਸ਼। ਤੇ ਜਹਾਜ਼ ਹਵੇਲੀ ਜਿਵੇਂ ਕਿ ਆਪਣੇ ਸਾਹਮਣੇ ਲਿਖਿਆ ਹੋਇਆ ਹੈ ਸਮੁੰਦਰੀ, ਇਹ ਦਰਅਸਲ ਦੇ ਵਿੱਚ ਸਮੁੰਦਰੀ ਜਹਾਜ਼ ਦੇ ਨਕਸ਼ੇ ਦੇ ਪੇਜ ਦੇ ਉੱਤੇ ਬਣੀ ਸੀ ਤੇ ਇਸੇ ਕਰਕੇ ਇਸ ਦਾ ਨਾਮ ਸੀਗਾ ਜਿਹੜਾ ਜਹਾਜ਼ ਹਵੇਲੀ ਰੱਖਿਆ ਗਿਆ ਸੀ। ਦੀਵਾਨ ਟੋਡਰਮਲ ਜੀ ਦੀ ਜਹਾਜ਼ ਹਵੇਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਸਰਹੰਦ ਦੀ ਉਸ ਧਰਤੀ ਦੇ ਉੱਤੇ ਜੋ ਕਿ ਸ਼ਹੀਦਾਂ ਦੀ ਧਰਤੀ ਮੰਨੀ ਜਾਂਦੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਸਰਹੰਦ ਦਾ ਇਤਿਹਾਸ ਕਿਤੇ ਕਿਸੇ ਤੋਂ ਲੁਕਿਆ ਨਹੀਂ ਹੈ। ਤੇ ਇੱਥੇ ਜੋ ਤੁਹਾਨੂੰ ਜਿਵੇਂ ਪਤਾ ਹੀ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣਵਾਏ ਗਏ ਸਨ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਉਸ ਗੁਰੂ ਸਿੱਖ ਦੇ ਘਰ ਜਿਨ੍ਹਾਂ ਨੇ ਆਪਣਾ ਸਭ ਕੁਝ ਦਾਅ ਦੇ ਉੱਤੇ ਲਾ ਕੇ, ਸਭ ਕੁਝ ਵੇਚ ਵੱਟ ਕੇ, ਜੋ ਸੀ ਇੱਕ ਆਪਣੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਤੇ ਉਹ ਜਗ੍ਹਾ ਖਰੀਦੀ ਸੀ। ਤੇ ਉਹ ਸਨ ਦੀਵਾਨ ਟੋਡਰਮਲ ਜੀ। ਜਿਵੇਂ ਕਿ ਤੁਸੀਂ ਇਤਿਹਾਸ ਦੇਖ ਰਹੇ ਹੋ ਉੱਪਰ। ਤੇ ਆਓ ਅਸੀਂ ਤੁਹਾਨੂੰ ਉਸ ਦੀ ਪਰਿਕਰਮਾ ਕਰਵਾਉਂਦੇ ਹਾਂ। ਉਹਨਾਂ ਦੀ ਇਹ ਹਵੇਲੀ ਹੈ, ਇਹ ਉਹਨਾਂ ਦੀ ਜੱਦੀ ਹਵੇਲੀ ਹੈ ਜਿੱਥੇ ਦੀਵਾਨ ਟੋਡਰਮਲ ਜੀ ਰਹੇ ਸੀ, ਜਿੱਥੇ ਉਹਨਾਂ ਦਾ ਪਰਿਵਾਰ ਰਹਿੰਦਾ ਸੀ। ਇਹ ਉਹਨਾਂ ਦੀ ਹਵੇਲੀ ਹੈ। ਤਾਂ ਉਹ ਅਸੀਂ ਤੁਹਾਨੂੰ ਦਿਖਾਉਂਦੇ ਉਹਨਾਂ ਦੀ ਹਵੇਲੀ ਦਾ। ਸੋ ਇਹ ਜੋ ਤੁਸੀਂ ਦੀਵਾਰਾਂ ਦੇਖ ਰਹੇ ਹੋ, ਇਹ ਚੂਨੇ ਵਿੱਚ ਚਿਣਾਈ ਕੀਤੀ ਹੋਈ ਹੈ। ਤਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਹ ਸਾਰੀ ਜਿਹੜੀ ਚਿਣਾਈ ਹੈ ਇਹ ਚੂਨੇ ਵਿੱਚ ਹੋਈ ਹੋਈ ਹੈ ਉਸ ਸਮੇਂ। ਤਾਂ ਇਹ ਸਰਹੰਦੀ ਇੱਟਾਂ ਕਿਹਾ ਜਾਂਦਾ ਇਹਨਾਂ ਨੂੰ। ਤੇ ਉਸ ਸਮੇਂ ਜੋ ਵੀ ਬਿਲਡਿੰਗਸ ਬਣਦੀਆਂ ਸੀ, ਜੋ ਵੀ ਇਮਾਰਤਾਂ ਬਣਦੀਆਂ ਸਨ, ਉਹ ਸਰਹੰਦੀ ਇੱਟਾਂ ਵਿੱਚ ਹੀ ਬਣਾਈਆਂ ਜਾਂਦੀਆਂ ਸਨ। ਸੋ ਇੱਥੇ ਇੰਸਟਰਕਸ਼ਨਸ ਵੀ ਦਿੱਤੀਆਂ ਹੋਈਆਂ ਹਨ ਕਿ ਸੰਗਤਾਂ ਇੱਥੇ ਬਾਹਰ ਜੋੜੇ ਉਤਾਰ ਕੇ ਅੰਦਰ ਵਾਹਿਗੁਰੂ ਜੀ ਦਾ ਜਾਪ ਕਰਨ। ਸੋ ਆਓ ਅਸੀਂ ਤੁਹਾਨੂੰ ਹੁਣ ਅੰਦਰਲਾ ਵਿਊ ਵੀ ਦਿਖਾਉਂਦੇ ਹਾਂ ਕਿ ਦੀਵਾਨ ਟੋਡਰਮਲ ਜੀ ਦੀ ਜਿਹੜੀ ਇਹ ਹਵੇਲੀ ਹੈ ਉਸ ਦਾ ਅੰਦਰਲਾ ਦ੍ਰਿਸ਼ ਕੀ ਹੈ।
ਸੋ ਜਿਵੇਂ ਅੱਜ ਕੱਲ੍ਹ ਆਪਾਂ ਬਿਲਡਿੰਗਸ ਬਣਾਉਂਦੇ ਹਾਂ, ਘਰਾਂ ਵਿੱਚ ਮਕਾਨ ਬਣਾਉਂਦੇ ਹਾਂ ਸਟੋਰੀਜ਼ ਵਾਈਜ਼, ਅਤੇ ਉੱਦਾਂ ਹੀ ਉਸ ਸਮੇਂ ਵੀ ਇਹ ਜਿਹੜੀਆਂ ਹਵੇਲੀ ਤਿਆਰ ਕੀਤੀ ਹੋਈ ਸੀ ਉਹ ਵੀ ਅਲੱਗ-ਅਲੱਗ ਸਟੋਰੀਜ਼ ਦੇ ਵਿੱਚ ਤਿਆਰ ਕੀਤੀ ਹੋਈ ਸੀ। ਤਾਂ ਇਹ ਜੋ ਤੁਸੀਂ ਦੇਖ ਰਹੇ ਹੋ, ਇਹ ਜੋ ਲੋਹੇ ਦੇ ਲੱਗੇ ਹੋਏ ਨੇ, ਇਹ ਸਿਰਫ ਇਹ ਪੁਰਾਣੇ ਸਮੇਂ ਦੇ ਨਹੀਂ ਹਨ। ਇਹ ਇਸ ਬਿਲਡਿੰਗ ਨੂੰ ਸੇਫ ਰੱਖਣ ਵਾਸਤੇ ਨੇ, ਇੱਕ ਮੈਨੇਜ ਕਰਨ ਵਾਸਤੇ ਨੇ, ਤਾਂ ਜੋ ਜਿਹੜੀ ਦੀਵਾਰ ਆ ਉਹ ਟੇਢੀ ਹੋ ਕੇ ਗਿਰ ਨਾ ਸਕੇ। ਤਾਂ ਉਸ ਸਮੇਂ ਤੁਸੀਂ ਦੀਵਾਰਾਂ ਦੀ ਜਿਹੜੀ ਮੋਟਾਈ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਉਸ ਸਮੇਂ ਦੀਵਾਰਾਂ ਦੀ ਜਿਹੜੀ ਮੋਟਾਈ ਆ ਉਹ ਕਿੰਨੀ ਹੋਈ। ਤਾਂ ਉਸ ਸਮੇਂ ਇੱਕ ਚੀਜ਼ ਦੇਖਣ ਵਾਲੀ ਹੈ, ਜਿਹੜੇ ਅੱਜ ਕੱਲ੍ਹ ਆਪਾਂ ਜਿਵੇਂ ਸਰੀਏ ਪਾ ਕੇ ਲੈਂਟਰ ਖੜਾਉਂਦੇ ਹਾਂ, ਤਾਂ ਉਸ ਸਮੇਂ ਜਿਹੜੀ ਬਣਤਰ ਹੈ, ਜੋ ਇੱਕ ਤਰ੍ਹਾਂ ਦੇ ਜੋ ਛੱਤ ਪਾਈ ਜਾਂਦੀ ਸੀ, ਉਹ ਬੜੇ ਹੀ ਇੱਕ ਸਿਸਟਮੈਟਿਕ ਵੇ ਰਾਹੀਂ ਪਾਈ ਜਾਂਦੀ ਸੀ। ਤਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਜਿਹੜੀ ਛੱਤ ਹੈ ਉਹ ਇੱਟਾਂ ਦੇ ਸਿਰ 'ਤੇ ਹੀ ਖੜੀ ਹੈ, ਅਤੇ ਜਿਹੜੀ ਉਸ ਸਮੇਂ ਚਣਾਈ ਕੀਤੀ ਜਾਂਦੀ ਸੀ ਉਹ ਚੂਨੇ ਨਾਲ ਕੀਤੀ ਜਾਂਦੀ ਸੀ। ਜਿਵੇਂ ਅੱਜ ਕੱਲ੍ਹ ਆਪਾਂ ਸੀਮੈਂਟ ਦਾ ਇਸਤੇਮਾਲ ਕਰਦੇ ਹਾਂ, ਉਸ ਸਮੇਂ ਚੂਨੇ ਦਾ ਇਸਤੇਮਾਲ ਕੀਤਾ ਜਾਂਦਾ ਸੀ। ਸੋ ਇਹ ਦੇਖਿਆ ਹੋਇਆ ਇਸ ਦਾ ਇਤਿਹਾਸ। ਸੋ ਹਵੇਲੀ ਦੀਵਾਨ ਟੋਡਰਮਲ ਜੀ। ਇਸ ਫੋਟੋ ਵਿੱਚ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦੀਵਾਨ ਟੋਡਰਮਲ ਜੀ ਨੇ ਜੋ ਉਸ ਸਮੇਂ ਮੋਹਰਾਂ ਵਿਛਾ ਕੇ ਉਸ ਜਗ੍ਹਾ ਨੂੰ ਮੁੱਲ ਖਰੀਦ ਰਹੇ ਹਨ। ਤਾਂ ਥੋੜ੍ਹਾ ਜਿਹਾ ਤੁਹਾਨੂੰ ਇਤਿਹਾਸ ਵੀ ਇੱਥੇ ਲਿਖਿਆ ਹੋਇਆ। ਦੀਵਾਨ ਟੋਡਰਮਲ ਅਤੇ ਧਰਮ ਪਤਨੀ ਬੀਬੀ ਕ੍ਰਿਸ਼ਨਾ ਦੇਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਨ ਸੇਵਕ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਟੇਢੀਆਂ ਮੋਹਰਾਂ ਵਿਛਾ ਕੇ ਜਗ੍ਹਾ ਖਰੀਦੀ। ਇਸ ਹਵੇਲੀ ਤੋਂ ਖੁਰਜੀਆਂ ਭਰਵਾ ਕੇ ਖੱਚਰਾਂ 'ਤੇ ਲੱਦ ਕੇ ਰਵਾਨਾ ਹੋਏ। ਸਿੱਖੀ ਦੀ ਆਨ ਅਤੇ ਸ਼ਾਨ 'ਤੇ ਪਹਿਰਾ ਦੇ ਕੇ ਸੁਨਹਿਰੀ ਅੱਖਰਾਂ ਵਿੱਚ ਸੇਵਾ ਦਾ ਇੱਕ ਲਾਸਾਨੀ ਇਤਿਹਾਸ ਰਚਿਆ। ਤਾਂ ਇਹ ਇਹਨਾਂ ਦਾ ਇੱਥੋਂ ਦਾ ਇਤਿਹਾਸ ਹੈ ਕਿ ਜਿਹੜੇ ਦੀਵਾਨ ਟੋਡਰਮਲ ਜੀ ਸੀ, ਉਹਨਾਂ ਨੇ ਕਿੱਦਾਂ ਜੋ ਆਪਣੀ ਸਾਰੀ ਦੀ ਸਾਰੀ ਸੰਪਤੀ ਜੋ ਸੀ, ਆਪਣੀ ਸਾਰੀ ਜੀਵਨ ਭਰ ਦੀ ਕਮਾਈ ਸੀ, ਉਹ ਵੇਚ ਕੇ ਜੋ ਸੀ ਉਹ ਜਗ੍ਹਾ ਖਰੀਦੀ ਸੀ। ਕਿ ਉਸ ਸਮੇਂ ਇਹ ਹਵੇਲੀ ਕਿੱਦਾਂ ਦੀ ਹੋਏਗੀ। ਅੱਜ ਇਹ ਥੋੜ੍ਹੀ ਜਿਹੀ ਨੁਕਸਾਨੀ ਗਈ ਹੈ ਅਤੇ ਕਿਸੇ ਨਾ ਕਿਸੇ ਕਾਰਨ ਕਰਕੇ ਉਨੀ ਸਾਂਭ ਸੰਭਾਲ ਨਹੀਂ ਹੋ ਪਾਈ, ਅਤੇ ਬਟ ਫਿਰ ਵੀ ਕਾਫੀ ਹੱਦ ਤੱਕ ਇਸ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਹ ਇਸ ਹਵੇਲੀ ਵਿੱਚ ਜੋ ਇਹ ਬਣੇ ਹੋਏ ਹਨ, ਇਹ ਉਸ ਸਮੇਂ ਘਰ ਵਿੱਚ ਰੋਸ਼ਨੀ ਕਰਨ ਲਈ ਇਸ ਵਿੱਚ ਦੀਵੇ ਜਾਂ ਮਸ਼ਾਲਾਂ ਵਗੈਰਾ ਲਗਾਏ ਜਾਂਦੇ ਸਨ, ਤਾਂ ਜੋ ਪੂਰੇ ਇਸ ਹਵੇਲੀ ਵਿੱਚ, ਇਸ ਮਕਾਨ ਵਿੱਚ, ਇਸ ਕਮਰੇ ਵਿੱਚ ਰੋਸ਼ਨੀ ਰਹਿ ਸਕੇ। ਤਾਂ ਆਓ ਹੁਣ ਆਪਾਂ ਅਗਲਾ ਵਿਊ ਦੇਖ ਲੈਂਦੇ ਆ ਕਿ ਅੱਗੇ ਕੀ ਹੈ। ਤਾਂ ਇਹ ਇੱਕ ਗੁਫਾ ਦੀ ਤਰ੍ਹਾਂ ਹੈ, ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਤੇ ਅੰਦਰੋਂ ਅੰਦਰ ਹੀ ਕਾਫੀ ਜਿਹੜੇ ਕਮਰੇ ਨੇ ਬਣੇ ਹੋਏ ਨੇ ਹੇਠੋਂ ਹੇਠੀ।
ਸੋ ਜਿਵੇਂ ਆਪਣੇ ਘਰਾਂ ਵਿੱਚ ਬੇਸਮੈਂਟ ਬਣਾਈ ਹੁੰਦੀ ਹੈ ਉੱਦਾਂ ਹੀ ਸੀ ਉਸ ਸਮੇਂ। ਇੱਕ ਵਾਰੀ ਤੁਹਾਨੂੰ ਓਵਰਵਿਊ ਦਿਖਾ ਦਿੰਦੇ ਹਾਂ ਇਸ ਕਮਰੇ ਦਾ ਵੀ, ਤਾਂ ਤੁਸੀਂ ਦੇਖ ਸਕਦੇ ਹੋ। ਉਸ ਸਮੇਂ ਕਿੰਨੀ ਇੱਕ ਵਧੀਆ ਤਰੀਕੇ ਰਾਹੀਂ ਸੋਚ ਸਮਝ ਕੇ ਇੱਕ ਵੀ ਬਿਲਡਿੰਗ ਜੋ ਹੈ, ਇਸ ਜਿਹੜੀ ਹਵੇਲੀ ਆ ਉਹ ਤਿਆਰ ਕੀਤੀ ਹੋਣੀ ਆ ਉਸ ਸਮੇਂ, ਤਾਂ ਕਿੰਨੀ ਫਿਊਚਰ ਫੋਰਕਾਸਟਿੰਗ ਨਾਲ ਇਹ ਬਣੀ ਹੋਣੀ ਹੈ। ਤਾਂ ਅੱਗੇ ਇਹ ਨੀਚੇ ਵੀ ਇੱਦਾਂ ਹੀ ਜੋ ਹੈ ਅੱਗੇ ਜਾਣ ਲਈ ਰਸਤਾ ਸੀ, ਤਾਂ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਹੁਣ ਬੰਦ ਹੋ ਗਿਆ, ਤੇ ਉਹ ਅਸੀਂ ਤੁਹਾਨੂੰ ਅੱਗੇ ਦਾ ਨਹੀਂ ਦਿਖਾ ਸਕਦੇ। ਸੋ ਬੜਾ ਹੀ ਇੱਕ ਤਰੀਕੇ ਨਾਲ ਜੋ ਹੈ ਇਹ ਬਣਾਇਆ ਗਿਆ ਸੀ ਉਸ ਸਮੇਂ ਜੋ ਹਵੇਲੀ ਨੂੰ। ਇੱਦਾਂ ਹੀ ਜਿਵੇਂ ਘਰਾਂ ਦੇ ਵਿੱਚ ਅਲੱਗ-ਅਲੱਗ ਦਰਵਾਜ਼ੇ ਹੁੰਦੇ ਨੇ, ਇਸ ਵਿੱਚ ਵੀ ਅਲੱਗ-ਅਲੱਗ ਕਮਰਿਆਂ 'ਚ ਨੂੰ ਜਾਣ ਲਈ ਰਸਤੇ ਸਨ। ਟੋਡਰ ਮੱਲ ਦੀ ਹਵੇਲੀ, ਜੋ ਜਹਾਜ਼ ਹਵੇਲੀ ਦੇ ਨਾਮ ਦੇ ਨਾਲ ਮਸ਼ਹੂਰ ਹੈ, ਸਰਹੰਦ ਦੀ ਇੱਕ ਵਪਾਰਕ ਕਾਰੋਬਾਰੀ ਟੋਡਰ ਮੱਲ ਦੀ ਹਵੇਲੀ ਹੈ, ਜੋ ਮੁਗਲ ਸਲਤਨਤ ਸਮੇਂ ਸੂਬਾ ਸਰਹੰਦ ਦੇ ਗਵਰਨਰ ਨਵਾਬ ਵਜ਼ੀਰ ਖਾਂ ਦੀ ਅਦਾਲਤ ਵਿੱਚ ਦੀਵਾਨ ਨਿਯੁਕਤ ਸਨ। ਟੋਡਰ ਮੱਲ ਸਿੱਖ ਗੁਰੂਆਂ ਦੇ ਪੱਕੇ ਸ਼ਰਧਾਲੂ ਸਨ ਅਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਾਹਿਬ ਜੀ ਅਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਅਤੇ ਉਹਨਾਂ ਦੀ ਮਾਤਾ ਗੁਜਰੀ ਜੀ ਦਾ ਸੰਸਕਾਰ ਕਰਨ ਲਈ ਖੜੀਆਂ ਮੋਹਰਾਂ ਕਰਕੇ ਸੰਸਕਾਰ ਲਈ ਜਗ੍ਹਾ ਖਰੀਦੀ ਸੀ, ਤੇ ਉਹਨਾਂ ਨੇ ਇਸ ਕੰਮ ਦੇ ਲਈ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਦਿੱਤੀ ਸੀ। ਇਹ ਇਤਿਹਾਸਕ ਇਮਾਰਤ ਹੁਣ ਲਗਭਗ ਖੰਡਰ ਬਣਦੀ ਜਾ ਰਹੀ ਹੈ ਅਤੇ ਇਸ ਦੀ ਇਤਿਹਾਸਕ ਦਿੱਖ ਵਿਗੜਦੀ ਜਾ ਰਹੀ ਹੈ। ਇਸ ਦਾ ਕਾਫੀ ਹਿੱਸਾ ਡਿੱਗ ਚੁੱਕਾ ਹੈ, ਪਰ ਹੁਣ ਇਸ ਹਵੇਲੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਈ ਹੈ, ਤੇ ਇਸ ਦੀ ਮੁੜ ਬਹਾਲੀ ਲਈ ਇਸ ਵਿੱਚ ਚੂਨੇ ਦੀ ਚਿਣਾਈ ਅਤੇ ਜੋ ਇਹਦੇ ਹੋਰ ਕੰਮ ਹਨ ਉਹ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਵਾ ਰਹੀ ਹੈ। ਇਹ ਹਵੇਲੀ ਦੀ ਬਣਤਰ ਮੁਗਲ ਇਮਾਰਤ ਸਾਜੀ ਵਾਲੀ ਹੈ ਅਤੇ ਇਹ ਸਰਹੰਦੀ ਇੱਟਾਂ ਤੋਂ ਬਣੀ ਹੋਈ ਹੈ। ਇਹ ਹਵੇਲੀ ਕਿਸੇ ਸਮੇਂ ਇੱਕ ਆਲੀਸ਼ਾਨ ਹਵੇਲੀ ਸੀ ਅਤੇ ਇਹ ਸਰਹੰਦ ਦੇ ਗਵਰਨਰ ਨਵਾਬ ਵਜ਼ੀਰ ਖਾਂ ਦੇ ਮਹਿਲ ਦੇ ਬਿਲਕੁਲ ਲਾਗੇ ਸੀ। ਇਸ ਵਿੱਚ ਫੁਹਾਰੇ ਲੱਗੇ ਹੋਏ ਸਨ ਅਤੇ ਇੱਕ ਇਸ਼ਨਾਨ ਘਰ ਵੀ ਬਣਿਆ ਹੋਇਆ ਸੀ।